हम अवगुण भरे एक गुण नाही, अमृत छाड़ बिख बिख, माया मोह परम पै भूले सुत दारा स्यों। एक उत्तम पंथ सुन्यो गुर संगत, तेह मिलंत जम। एक अरदास पाठ कीरत की, गुर रामदास राखो। सुकहो टल गुर सेविया, अहनस सहज। दर्शन परसे गुरु कै, जन्म मरण होवै सिफत खसंबंधी। नूर अरसो कुरसो चटिया, तुद डठे सच्चे पातशाह। मल जन्म जन्म दे कटिया, सजन सच्चा पातशाह हो सिर साहांद। जिस पास बैठिया सोई, सबना दा वेसा। सतनाम श्री वाहिगुरु साहिब जी। श्लोक महला तीजा। बिन सतगुर सेवे जी के बंदना, विच हउमै कर्म कमाही। बिन सतगुर सेवे ठौर ना पावही, मर जमह आवह जाहि। बिन सतगुर सेवे जी के बंदना, विच हउमै कर्म कमाही। बिन सतगुर सेवे ठौर ना पावही, मर जमह आवह जाहि। बिन सतगुर सेवे फिक्का बोलना, नाम ना वसै मन माही। नानक बिन सतगुर सेवे, जमपुर बद्धे मारियन। मोह काल उठ जाही। महला पहला। जालो ऐसी रीत, जित मैं प्यारा विसरै। नानक साई भली प्रीत, जित साहिब सेती पत रहै। पौड़ी। हर इको दाता सेविया, हर एक ते आईया। हर इको दाता मंगिया, मन चिंदिया पाईया। जे दूजे पासों मंगिया, तां लाज मराईया। जिन सेविया तिन फल पाया, तिस जन की सब भुख गवाईया। नानक तिन विटहों वारिया, जिन अन दिन हिरदै हर नाम ध्याईया। जिन सेविया तिन फल पाया, तिस जन की सब भुख गवाईया। नानक तिन विटहों वारिया, जिन अन दिन हिरदै हर नाम ध्याईया। वाहिगुरु जी का खालसा, वाहिगुरु जी की फतेह। जुगो जुग अटल
ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਗੁਰੂ ਚਰਨਾਂ 'ਚ ਇਕੱਤਰ ਹੋ ਕੇ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਬਾਣੀ ਦੇ ਬੋਹਿਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਪਣੇ ਸੇਵਕਾਂ ਦੀਆਂ ਅਰਜ਼ਾਂ ਸੁਣਨ ਵਾਲੇ ਹਨ ਔਰ ਅਰਜ਼ਾਂ ਸੁਣ ਕੇ ਆਪਣੇ ਸੇਵਕਾਂ ਦੀਆਂ ਤਿੰਨਾਂ ਅਰਜ਼ਾਂ ਨੂੰ ਪ੍ਰਵਾਨ ਕਰਨ ਵਾਲੇ ਹਨ। ਔਰ ਗਰੀਬ ਨਵਾਜ ਪਾਤਸ਼ਾਹ ਦੇ ਕਹੇ ਹੋਏ ਮਹਾਵਾਕ, ਬੋਲੇ ਹੋਏ ਅੰਮ੍ਰਿਤ ਬੋਲ, ਮੋਹ ਕੇ ਬਦਾਰ ਬੇਕੋ ਵਾਕ ਸਰ ਅਰਜਨ, ਮੋਹ ਨੂੰ ਨਿਵਾਰਨ ਵਾਸਤੇ ਅਰਜਨ ਦੇ ਤੀਰਾਂ ਦੇ ਸਮਾਨ ਹਨ। ਉਜਵਲ ਜਸ ਦੇ ਧਾਰਨੀ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਕਾਸ਼ ਅੱਜ ਦੇ ਦਿਨ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਪਿਤਾ ਸੋਢੀ ਸੁਲਤਾਨ ਸਤਿਗੁਰੂ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਭਾਨੀ ਜੀ ਦੇ ਉਦਰ ਤੋਂ ਹੋਇਆ। ਪੰਚਮ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਚਪਨ ਆਪਣੇ ਨਾਨਾ ਗੁਰੂ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੰਗਤ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਤੀਤ ਹੋਇਆ। ਬਾਲ ਰੂਪ ਵਿੱਚ ਹੀ ਮਹਾਰਾਜ ਪੰਚਮ ਪਾਤਸ਼ਾਹ ਪੰਜਵੇਂ ਪਾਤਸ਼ਾਹ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵਰ ਦੇ ਕੇ ਨਵਾਜਿਆ ਸੀ, ਦੋਇਥਾ ਬਾਣੀ ਕਾ ਬੋਇਥਾ। ਔਰ ਹੱਥਾਂ ਵਿੱਚ ਚੁੱਕਦਿਆਂ ਤੋਲਦਿਆਂ ਆਖਿਆ ਸੀ, ਭਾਰਾ ਗੁਰੂ ਹੋਵੇਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਗੁਰਗੱਦੀ ਤੇ ਸਵਾਰ ਹੋਏ ਔਰ ਗੁਰਤਾ ਗੱਦੀ ਦੇ ਰੱਥ ਤੇ ਸਵਾਰ ਹੋ ਕੇ ਅਨੇਕਾਂ ਜੀਵਾਂ ਦੀ ਕਲਿਆਣ ਮਹਾਰਾਜ ਗਰੀਬ ਨਵਾਜ ਸਾਹਿਬ ਨੇ ਕੀਤੀ। ਤਰਨ ਤਾਰਨ ਸਾਹਿਬ ਜੈਸੇ ਪਵਿੱਤਰ ਸਰੋਵਰਾਂ ਦੀ ਰਚਨਾ ਕੀਤੀ ਜਿੱਥੇ ਕੋੜੀਆਂ ਤੇ ਕੁਸ਼ਤੀਆਂ ਦਾ ਕੁਸ਼ਟ ਨਿਵਾਰਿਆ ਜਾਂਦਾ ਹੈ। ਕਰਤਾਰਪੁਰ ਸਾਹਿਬ ਜੈਸੇ ਸੁੰਦਰ ਨਗਰਾਂ ਦਾ ਨੀਂਹ ਪੱਥਰ ਰੱਖਦੇ ਨੇ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਪੱਕਿਆਂ ਕਰਾਉਣ ਦੀ ਸੇਵਾ, ਸੰਤੋਖਸਰ ਸਰੋਵਰ ਦੀ ਸੇਵਾ, ਰਾਮਸਰ ਸਰੋਵਰ ਦੀ ਸੇਵਾ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਰਾਉਂਦੇ ਹਨ। ਅਨੇਕਾਂ ਕਾਰਜ ਕਰਦਿਆਂ ਮਹਾਰਾਜ ਗਰੀਬ ਨਵਾਜ ਜੀ ਨੇ ਮਹਾਨ ਪਰਉਪਕਾਰ ਆਪਣੇ ਸਿੱਖਾਂ ਤੇ ਕੀਤਾ। ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰ ਰਚਨਾ ਕੀਤੀ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ। ਅੱਜ ਜੋ ਗੁਰੂ ਘਰਾਂ ਦੇ ਵਿੱਚ ਮਰਿਆਦਾ ਸਵੇਰੇ ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਹੈ, ਸੰਧਿਆ ਵੇਲੇ ਸੁਖਾਸਣ ਦੀ ਹੈ, ਇਹ ਮਰਿਆਦਾ ਗੁਰੂ ਘਰਾਂ ਦੀ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਬੰਨੀ ਸਤਿਗੁਰਾਂ ਨੇ ਚਲਾਈ। ਮਹਾਨ ਪਰਉਪਕਾਰੀ ਸਤਿਗੁਰਾਂ ਨੇ ਅਨੇਕਾਂ ਜੀਵਾਂ ਨੂੰ ਮੋਕਸ਼ ਪ੍ਰਦਾਨ ਕਰਦਿਆਂ, ਮਹਾਨ ਪਰਉਪਕਾਰ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ। ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ।
ਜਿਨ੍ਹਾਂ ਬਾਬਤ ਭੱਟ ਕਹਿੰਦੇ ਹਨ, ਭੰਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਕਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵਿੱਚ ਤੇ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਦੇ ਵਿੱਚ ਕੋਈ ਭੇਦ, ਕੋਈ ਫਰਕ ਨਹੀਂ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਸਾਹਿਬ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹਨ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਾਂ ਲਿਆ ਕਰੋੜਾਂ ਦੁੱਖ ਦਲਿੱਦਰ ਦੂਰ ਹੋ ਜਾਂਦੇ ਨੇ। ਤਿਨਕੇ ਦੁੱਖ ਕੋਟਕ ਦੂਰ ਗਏ, ਮਥਰਾ ਜਨ ਅੰਮ੍ਰਿਤ ਨਾਮ ਪੀਏ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਵਿੱਤਰ ਪਾਵਨ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਔਰ ਚੌਥੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਤਿੰਨ ਪਾਤਸ਼ਾਹਾਂ ਦਾ ਉਚਾਰਨ ਕੀਤਾ ਹੋਇਆ ਅੱਜ ਦਾ ਮਹਾਵਾਕ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਵਿੱਚ ਹਉਮੈ ਕਰਮ ਕਮਾਹੇ। ਵਡਹੰਸ ਰਾਗ ਦਾ ਇਹ ਸ਼ਬਦ ਕਹਿ ਸਕਦੇ ਹਾਂ ਕਿਉਂਕਿ ਵਡਹੰਸ ਦੀ ਵਾਰ ਚੋਂ ਇਹ ਪਵਿੱਤਰ ਸ਼ਲੋਕ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਣ ਸਤਿਗੁਰੂ ਇਹ ਪਵਿੱਤਰ ਸ਼ਲੋਕ ਉਚਾਰਨ ਕਰਕੇ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਗਰੀਬ ਨਵਾਜ ਸਤਿਗੁਰਾਂ ਦੀ ਸੇਵਾ ਕੀਤੇ ਬਿਨਾ ਜਿਹੜੇ ਜੀਵ ਦੇ ਬੰਧਨ ਨੇ ਉਹ ਬੰਧਨ ਕੱਟੇ ਨਹੀਂ ਜਾ ਸਕਦੇ। ਸੇਵਾ ਕੀਤਿਆਂ ਆਪਣੇ ਆਪੇ ਦੀ ਨਿਰਵਿਰਤੀ ਹੁੰਦੀ ਹੈ। ਸੇਵਾ ਦਾ ਜਿਹੜਾ ਪਹਿਲਾ ਸੱਸਾ ਅੱਖਰ ਹੈ ਨਾ, ਇਹ ਸਾਨੂੰ ਸਮਰਪਣ ਸਿਖਾਉਂਦਾ ਹੈ। ਤੇ ਸੇਵਾ ਦਾ ਮਤਲਬ ਹੀ ਇਹ ਹੈ ਵੀ ਸਮਰਪਣ ਹੋ ਕੇ, ਸਮਰਪਿਤ ਹੋ ਕੇ ਸੇਵਾ ਕਰਨੀ, ਆਪਣਾ ਆਪ ਸਮਰਪਣ ਕਰਕੇ ਸੇਵਾ ਕਰਨੀ। ਤੀਸਰੇ ਪਾਤਸ਼ਾਹ ਦੇ ਬਚਨ ਨੇ ਹਸਤੀ ਸਿਰ ਜਿਉ ਅੰਕਸ ਹੈ, ਹਿਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੇ ਉਹ ਵੀ ਸੇਵ ਕਰੇ। ਇੱਥੇ ਸਮਰਪਣ ਕਰਕੇ ਆਪਣਾ ਆਪ ਸਮਰਪਿਤ ਕਰਕੇ ਸੇਵਾ ਕਰਨ ਦਾ ਹੁਕਮ ਹੈ। ਜਦੋਂ ਸਮਰਪਿਤ ਹੋ ਕੇ ਸੇਵਾ ਕਰਦੇ ਹਾਂ ਫਿਰ ਆਪਣਾ ਆਪਾ, ਆਪਣੀ ਮੈਂ ਮੇਰੀ ਨਿਰਵਿਰਤ ਹੋ ਜਾਂਦੀ। ਪਾਤਸ਼ਾਹ ਕਹਿੰਦੇ ਜਦੋਂ ਤੱਕ ਸਤਿਗੁਰਾਂ ਦੀ ਸੇਵਾ ਨਾ ਕਰੀਏ ਤੇ ਜੀਵ ਦੇ ਬੰਧਨ ਨਹੀਂ ਕੱਟੇ ਜਾਂਦੇ ਔਰ ਹਉਮੈ ਨਹੀਂ ਜਾਂਦੀ। ਇਹਦੇ ਜਿਤਨੇ ਵੀ ਕਰਮ ਨੇ ਕਮਾਏ ਹੋਏ, ਉਹ ਸਾਰੇ ਕਮਾਏ ਹੋਏ ਕਰਮ ਫਿਰ ਹਉਮੈ ਸਹਿਤ ਹੁੰਦੇ ਨੇ, ਕਿਉਂਕਿ ਸੇਵਾ ਕਰਕੇ ਹਉਮੈ ਦੀ ਨਿਰਵਿਰਤੀ ਹੋਣੀ ਸੀ ਤੇ ਸੇਵਾ ਕੀਤੀ ਨਹੀਂ। ਸੇਵਾ ਉਹ ਹੈ ਜਿੱਥੇ ਹਉਮੈ ਨੂੰ ਜਣਾਇਆ ਨਾ ਜਾਵੇ, ਜਿੱਥੇ ਆਪਣੀ ਹੰਗਤਾ ਜਣਾਈ ਜਾਂਦੀ ਹੈ ਉਹ ਸੇਵਾ ਨਹੀਂ ਹੋ ਸਕਦੀ, ਉਹਨੂੰ ਵਿਖਾਵਾ ਕਹਿ ਸਕਦੇ, ਉਹਨੂੰ ਪਖੰਡ ਕਹਿ ਸਕਦੇ।
ਜਿੱਥੇ ਆਪਣਾ ਆਪਾ ਜਣਾਇਆ ਜਾਵੇ ਵੀ ਮੈਂ ਕੁਝ ਹਾਂ। ਸੇਵਾ ਤਾਂ ਆਪਣੇ ਆਪੇ ਨੂੰ ਖਤਮ ਕਰਦੀ ਆ ਵੀ ਮੈਂ ਤਾਂ ਕੁਝ ਵੀ ਨਹੀਂ। ਤੂੰ ਸੇਵਾ ਕਰਦਿਆਂ ਕਰਦਿਆਂ ਜਿਨ੍ਹਾਂ ਅੰਦਰੋਂ ਹਉਮੈ ਚਲੀ ਜਾਂਦੀ ਆ ਉਹ ਪਰਮੇਸ਼ਰ ਰੂਪ ਹੀ ਹੋ ਜਾਂਦੇ ਨੇ। ਉਹ ਸੇਵਾ ਫਿਰ ਗੁਰੂ ਨੂੰ ਪ੍ਰਵਾਨ ਵੀ ਹੈ। ਸਾਧ ਸੇਵਾ ਕੀਤੀ ਸਫਲ ਹੈ, ਉਹ ਸੇਵਾ ਗੁਰੂ ਦੀ ਕੀਤੀ ਹੋਈ ਸਫਲੀ ਵੀ ਹੈ। ਪਰ ਜੇ ਕੋਈ ਹਉਮੈ ਨੂੰ ਜਣਾ ਕੇ ਸੇਵਾ ਕਰਦਾ ਵਿਖਾਵਾ ਕਰਨ ਵਾਸਤੇ, ਤਾਂ ਫਿਰ ਉਹ ਹਉਮੈ ਵਿੱਚ ਕਮਾਏ ਹੋਏ ਕਰਮ ਨੇ, ਉਹਨਾਂ ਦਾ ਕੋਈ ਲਾਭ ਨਹੀਂ ਹੈ। ਹਾਂਜੀ। ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ, ਮਰ ਜਮਹ ਆਵਾਜਾਹੀ। ਸਤਿਗੁਰਾਂ ਦੀ ਸੇਵਾ ਕੀਤੇ ਬਿਨਾਂ ਨਾ ਇਸ ਲੋਕ ਵਿੱਚ ਥਾਂ ਮਿਲਦੀ ਹੈ, ਨਾ ਪਰਲੋਕ ਚ ਢੋਈ ਮਿਲਦੀ ਹੈ। ਉਹ ਦੋਹਾਂ ਜਹਾਨਾਂ ਚ ਢੋਈ ਨਹੀਂ ਮਿਲਦੀ ਜਿਹੜੇ ਸਤਿਗੁਰਾਂ ਦੀ ਸੇਵਾ ਤੋਂ ਵੀ ਹੋਣੇ ਨੇ, ਗੁਰੂ ਸੇਵਾ ਤੋਂ ਵੀ ਹੋਣੇ ਨੇ। ਔਰ ਏਦਾਂ ਦੇ ਜਿਹੜੇ ਪ੍ਰਾਣੀ ਨੇ ਉਹ ਬਾਰ-ਬਾਰ ਮਰਦੇ ਨੇ, ਬਾਰ-ਬਾਰ ਜੰਮਦੇ ਨੇ, ਔਰ ਉਹ ਆਵਾਗਾਉਣ ਦੇ ਚੱਕਰਾਂ ਵਿੱਚ ਹੀ ਭਟਕਦੇ ਰਹਿੰਦੇ ਹਨ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੀ। ਸਤਿਗੁਰਾਂ ਦੀ ਸੇਵਾ ਕੀਤੇ ਬਿਨਾ ਜਿਹੜੇ ਬੋਲੇ ਹੋਏ ਬੋਲ ਨੇ ਸਭ ਫਿੱਕੇ ਨੇ। ਉਹਨਾਂ ਬੋਲਾਂ ਦਾ ਤਾਂ ਕੋਈ ਮਤਲਬ ਹੀ ਨਹੀਂ, ਤਾਤਪਰਜ ਹੀ ਨਹੀਂ। ਉਹ ਤਾਂ ਇੱਕ ਲੁਹਾਰ ਦੀ ਭੱਠੀ ਤੇ ਪਈ ਹੋਈ ਧੋਕਣੀ ਦੇ ਸਮਾਨ ਬੋਲੇ ਹੋਏ ਬੋਲ ਨੇ, ਵੀ ਉਹਦੇ ਚੋਂ ਜਿਵੇਂ ਹਵਾ ਨਿਕਲਦੀ ਹੈ, ਇਹਦੇ ਮੂੰਹ ਚੋਂ ਹਵਾਓ ਨਿਕਲੀ ਜਾਂਦੇ ਨੇ। ਜੇ ਸਤਿਗੁਰਾਂ ਦੀ ਸੇਵਾ ਕੀਤੀ ਹੋਵੇਗੀ ਤਾਂ ਬੋਲੇ ਹੋਏ ਬੋਲਾਂ ਵਿੱਚ ਭਗਤੀ ਝਲਕੇਗੀ, ਬੋਲੇ ਹੋਏ ਬੋਲਾਂ ਵਿੱਚ ਆਤਮ ਰਸ ਝਲਕੇਗਾ, ਬੋਲੇ ਹੋਏ ਬੋਲਾਂ ਵਿੱਚ ਨਿਰੰਕਾਰ ਦੀ ਸਿਫਤ ਤੇ ਸ਼ਲਾਘਾ ਦੇ ਬੋਲ ਹੋਣਗੇ। ਸਤਿਗੁਰਾਂ ਦੀ ਸੇਵਾ ਤੋਂ ਵੀ ਹੋਣਾ ਬੰਦਾ ਜਿਹੜੇ ਬੋਲ ਬੋਲੇਗਾ ਕੁਫਰ ਹੀ ਬੋਲੇਗਾ। ਜਿਹਨੇ ਕਦੇ ਗੁਰ ਸੇਵਾ ਦਾ ਰਸ ਹੀ ਨਹੀਂ ਮਾਣਿਆ। ਸਤਿਗੁਰਾਂ ਦੀ ਸੇਵਾ ਅਨੇਕ ਪ੍ਰਕਾਰ ਦੀ ਹੈ। ਸੇਵਾ ਦਾ ਦਾਇਰਾ ਕੋਈ ਸੀਮਤ ਨਹੀਂ, ਬੜਾ ਵਿਸ਼ਾਲ ਹੈ। ਗੁਰਬਾਣੀ ਪੜ੍ਹਦੇ ਹੋਏ ਵੀ ਸੇਵਾ ਹੈ, ਗੁਰਬਾਣੀ ਸੁਣਦੇ ਹੋਏ ਵੀ ਗੁਰੂ ਕੀ ਸੇਵਾ ਹੈ। ਜਿਸ ਤਰੀਕੇ ਦੁਆਰਾ ਤੁਸੀਂ ਆਪਣੇ ਗੁਰੂ ਨੂੰ ਸੇਵਦੇ ਹੋ, ਆਪਣੇ ਗੁਰੂ ਨੂੰ ਧਿਆਉਂਦੇ ਹੋ, ਉਹ ਸਾਰੇ ਤਰੀਕੇ ਸੇਵਾ ਦੇ ਨੇ। ਉਹ ਕਿਸੇ ਵੀ ਪ੍ਰਕਾਰ ਦੀ ਸੇਵਾ ਹੋ ਜਿਹਦੇ ਦੁਆਰਾ ਤੁਸੀਂ ਗੁਰੂ ਦਾ ਸੇਵਨ ਕਰਦੇ ਹੋ, ਗੁਰੂ ਨੂੰ ਯਾਦ ਕਰਦੇ ਹੋ, ਉਹ ਸੇਵਾ। ਹੁਣ ਜਿਹੜੇ ਗੁਰੂ ਦੀ ਸੇਵਾ ਤੋਂ ਵਿਹੂਣੇ ਨੇ, ਉਹਨਾਂ ਦੇ ਬੋਲੇ ਹੋਏ ਬੋਲ ਫਿੱਕੇ ਹੋਣਗੇ। ਉਹਨਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਨਹੀਂ ਵਸਦਾ। ਨਾਮ ਨਾ ਵਸੈ ਮਨ ਮਾਹੀ। ਉਹਨਾਂ ਦੇ ਮਨ ਵਿੱਚ, ਉਹਨਾਂ ਦੇ ਹਿਰਦੇ ਵਿੱਚ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦਾ ਅੰਮ੍ਰਿਤ ਨਾਮ ਨਹੀਂ ਵਸਦਾ, ਕਿਉਂਕਿ ਜਿੱਥੇ ਸੇਵਾ ਹੋਵੇਗੀ ਸਿਮਰਨ ਉੱਥੇ ਵਸੇਗਾ। ਜੇ ਸੇਵਾ ਨਹੀਂ ਤਾਂ ਫਿਰ ਹਿਰਦੇ ਵਿੱਚ ਨਾਮ ਦਾ ਸਿਮਰਨ ਵੀ ਨਹੀਂ ਵਸਦਾ। ਨਾਨਕ ਬਿਨ ਸਤਿਗੁਰ ਸੇਵੇ, ਜਾਮਪੁਰ ਬੱਧੇ ਮਾਰੀਆਂ, ਮੂੰਹ ਕਾਲਾ ਉੱਠ ਜਾਹੇ। ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਹਨ ਕਿ ਸਤਿਗੁਰਾਂ ਦੀ ਸੇਵਾ ਤੋਂ ਬਿਨਾਂ ਇਹ ਜੀਵ ਜੰਮਪੁਰੀ ਵਿੱਚ ਬੰਨਿਆ ਹੋਇਆ ਮਾਰਿਆ ਜਾਂਦਾ ਹੈ। ਇਹ ਬੰਧਨਾਂ ਵਿੱਚ ਪੈਂਦਾ, ਜੰਮ ਬੰਨ ਲੈਂਦੇ ਆ ਇਹਨੂੰ, ਔਰ ਬੰਨ ਕੇ ਭਿਆਨਕ ਸਜ਼ਾਵਾਂ ਇਹਨੂੰ ਦਿੰਦੇ ਨੇ, ਕਿਉਂਕਿ ਇਹਨੇ ਗੁਰੂ ਦੀ ਸੇਵਾ ਨਹੀਂ ਕੀਤੀ। ਔਰ ਇਦਾਂ ਦੇ ਜਿਹੜੇ ਭੱਦੇ ਲੋਕ ਨੇ, ਉਹ ਮੂੰਹ ਕਾਲਾ ਕਰਕੇ ਸੰਸਾਰ ਤੋਂ ਉੱਠ ਕੇ ਜਾਂਦੇ ਹਨ। ਪਾਪ ਕਰਮਾਂ ਦੀ, ਲਾਹਨਤਾਂ ਦੀ ਜਿਹੜੀ ਕਾਲਖ ਹੈ, ਉਹ ਆਪਣੇ ਚਿਹਰੇ ਤੇ ਮਲ ਕੇ ਸੰਸਾਰ ਤੋਂ ਉੱਠ ਕੇ ਜਾਂਦੇ ਹਨ। ਮਹੱਲਾ ਪਹਿਲਾ। ਜਾਲੋ ਐਸੀ ਰੀਤ, ਜਿਤ ਮੈਂ ਪਿਆਰਾ ਵਿਸਰੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਿਆ ਸ਼ਲੋਕ ਹੈ। ਪਹਿਲਾਂ ਤੀਸਰੇ ਪਾਤਸ਼ਾਹ ਨੇ ਸ਼ਲੋਕ ਉਚਾਰਿਆ, ਹੁਣ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਲੋਕ ਉਚਾਰਦੇ ਨੇ। ਇਹੋ ਜਿਹੀਆਂ ਰੀਤੀਆਂ ਨੂੰ ਸਾੜ ਕੇ ਸਵਾਹ ਕਰ ਦਿਓ, ਜਿਨ੍ਹਾਂ ਰੀਤੀਆਂ ਕਰਕੇ ਤੁਹਾਨੂੰ ਆਪਣਾ ਪਿਆਰਾ ਪਰਮੇਸ਼ਰ ਵਿਸਰਦਾ ਹੈ।
ਬੜੇ ਡੂੰਘੇ ਬਚਨ ਮਹਾਰਾਜ ਜੀ ਨੇ ਸਾਡੇ ਸਮਾਜ ਵਿੱਚ, ਜਿਵੇਂ ਅਸੀਂ ਆਪ ਸੰਸਾਰ ਵਿੱਚ ਵਿਚਰਦੇ ਹਾਂ, ਉਹਦੇ ਸੰਬੰਧ 'ਚ ਕਹੇ ਨੇ। ਜਦੋਂ ਅਸੀਂ ਲੋਕਾਂ ਦੀ ਖੁਸ਼ੀ ਵਾਸਤੇ ਗੁਰੂ ਕੀ ਮੱਤ ਨੂੰ, ਗੁਰੂ ਕੀ ਮਰਿਆਦਾ ਨੂੰ ਛਿੱਕੇ ਟੰਗ ਦਿੰਦੇ ਹਾਂ ਕਿ ਦੁਨੀਆ ਖੁਸ਼ ਹੋਵੇ, ਲੋਕ ਖੁਸ਼ ਹੋਣ, ਉਹਦੇ ਵਾਸਤੇ ਗੁਰਮਰਿਆਦਾ ਦਾ ਕਾਣ ਕਰਨਾ ਪਵੇ, ਕਰ ਦਿੰਦਾ। ਹੋਵੇ ਸਿੱਖ ਤੇ ਫਿਰ ਇਹ ਕੰਮ ਕਰੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਰੀਤੀਆਂ ਕਰਕੇ ਤੁਹਾਨੂੰ ਆਪਣਾ ਪਿਆਰਾ ਵਿਸਰਦਾ, ਉਹਨਾਂ ਰੀਤੀਆਂ ਨੂੰ ਸਾੜ ਕੇ ਸਵਾਹ ਕਰ ਦਿਓ, ਤੁਹਾਡੇ ਕਿਹੜੇ ਕੰਮ ਦੀਆਂ ਹੋ? ਜਿਨ੍ਹਾਂ ਰੀਤੀਆਂ ਕਰਕੇ। ਹੁਣ ਇਹ ਆਖੇ ਵੀ ਇਹ ਰੀਤੀਆਂ ਤਾਂ ਜੀ ਸਾਡੀਆਂ ਨੇ, ਸਾਡੀਆਂ ਕੁੱਲ ਦੀਆਂ ਰੀਤੀਆਂ ਨੇ, ਸਾਡੇ ਭਾਈਚਾਰੇ ਵਿੱਚ ਇਹ ਰੀਤੀਆਂ ਪਾਲੀਆਂ ਜਾਂਦੀਆਂ ਨੇ ਵੀ ਸਾਡੇ ਜਦੋਂ ਲੜਕਾ ਤਿਆਰ ਹੁੰਦਾ ਹੈ, ਸਿਹਰਾ ਲਾਇਆ ਜਾਂਦਾ, ਉਹ ਜੰਡੀ ਪੂਜਣ ਜਾਂਦਾ। ਇਹ ਤਾਂ ਸਾਡੀ ਮਰਿਆਦਾ ਬਣੀ ਹੋਈ ਹੈ, ਸਾਡੇ ਕੁੱਲ ਦੀ ਰੀਤ ਹੈ ਜੀ। ਜਾ ਕੇ ਜੰਡੀ ਨੂੰ ਪਹਿਲਾਂ ਮੱਥਾ ਟੇਕਦਾ। ਸਿੱਖ ਦਾ ਬੱਚਾ ਲਾੜਾ ਬਣੇ, ਸਜੇ, ਤਿਆਰ ਹੋਵੇ, ਉਹ ਪਹਿਲਾਂ ਆਪਣੇ ਗੁਰੂ ਅੱਗੇ ਆ ਕੇ ਨਮਸਕਾਰ ਕਰਦਾ ਤੇ ਅਰਦਾਸ ਕਰਦਾ। ਇਹ ਮਰਿਆਦਾ ਹੈ। ਜੰਡੀਆਂ ਦੀ ਪੂਜਾ ਜਾ ਕੇ ਕਰਨੀ, ਇਹ ਗੁਰਮਰਿਆਦਾ ਨਹੀਂ। ਵੀ ਇਹਨੂੰ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਵੱਧ ਭਰੋਸਾ ਜੰਡੀ ਤੇ ਆ, ਉਹਨੂੰ ਜਾ ਕੇ ਪੂਜਦਾ। ਫਿਰ ਤਾਂ ਫੇਰੇ ਵੀ ਉੱਥੇ ਹੀ ਲਵੇ, ਫਿਰ ਮਹਾਰਾਜ ਜੀ ਦੀ ਹਜ਼ੂਰੀ 'ਚ ਕਿਉਂ ਹੋਣਾ? ਦੋ ਬੇੜੀਆਂ ਤੇ ਕਿਉਂ ਸਵਾਰ ਹੋਣਾ ਭਾਈ? ਤੂੰ ਏਦਾਂ ਦੀਆਂ ਬਹੁਤ ਸਾਰੀਆਂ ਰੀਤੀਆਂ ਨੇ ਜਿਹੜੀਆਂ ਪਾਲਦਿਆਂ ਹੋਇਆਂ ਅਸੀਂ ਗੁਰ ਰੀਤੀਆਂ ਦਾ ਤਿਆਗ ਕਰ ਦਿੰਦੇ ਹਾਂ। ਪਾਤਸ਼ਾਹ ਕਹਿੰਦੇ ਜਿਨ੍ਹਾਂ ਰੀਤੀਆਂ ਕਰਕੇ ਤੁਹਾਨੂੰ ਤੁਹਾਡਾ ਪਿਆਰਾ ਵਿਸਰੇ, ਉਹ ਰੀਤੀਆਂ ਸਾੜ ਦਿਓ। ਉਹਨਾਂ ਰੀਤੀਆਂ ਦਾ ਕੋਈ ਮਤਲਬ ਨਹੀਂ। ਨਾਨਕ ਸਾਈ ਭਲੀ ਪ੍ਰੀਤ, ਜਿਤ ਸਾਹਿਬ ਸੇਤੀ ਪਤ ਰਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਪ੍ਰੀਤ ਭਲੀ ਹੈ, ਉਹ ਪ੍ਰੇਮ ਭਲਾ ਹੈ, ਜਿਸ ਪ੍ਰੀਤ ਦੇ ਨਾਲ ਸਾਹਿਬ ਦੇ ਘਰ ਦੇ ਵਿੱਚ ਪਤ ਰਹੇ। ਉਹ ਮਰਿਆਦਾ ਭਲੀ, ਜਿਹੜੀ ਮਰਿਆਦਾ ਨਾਲ ਗੁਰੂ ਦੀ ਪ੍ਰੀਤ ਬਣੀ ਰਹੇ, ਪਰਮੇਸ਼ਰ ਦੀ ਪ੍ਰੀਤ ਬਣੀ ਰਹੇ ਔਰ ਸਾਹਿਬ ਦੇ ਘਰ ਦੇ ਵਿੱਚ ਪਤ ਰਹੇ। ਪੌੜੀ ਹਰ ਇੱਕੋ ਦਾਤਾ ਸੇਵੀਆ, ਹਰ ਇੱਕ ਧਿਆਈਆ। ਪੌੜੀ ਮਹਾਰਾਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਉਚਾਰਨ ਕਰ ਰਹੇ ਨੇ। ਇੱਕੋ ਦਾਤੇ ਨੂੰ ਸੇਵੀਏ, ਇੱਕ ਦੀ ਆਰਾਧਨਾ ਕਰੀਏ। ਦੋ ਬੇੜੀਆਂ ਤੇ ਸਵਾਰ ਬੰਦਾ ਨਹੀਂ ਪਾਰ ਉਤਰਦਾ। ਇੱਕ ਦੀ ਸੇਵਾ ਕਰੀਏ, ਇੱਕ ਦਾਤੇ ਨੂੰ ਆਰਾਧੀਏ। ਹਰ ਇੱਕੋ ਦਾਤਾ ਸੇਵੀਐ, ਹਰੀ ਇੱਕੋ ਦਾਤੇ ਨੂੰ ਸੇਵੀਏ। ਹਰ ਇੱਕ ਧਿਆਈਐ, ਇੱਕ ਹਰੀ ਨੂੰ ਹੀ ਧਿਆਈਏ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਆ। ਹਰੀ ਇੱਕੋ ਦਾਤਾ ਹੈ ਸਾਰੇ ਸੰਸਾਰ ਦਾ। ਇੱਕੋ ਦਾਤੇ ਕੋਲੋਂ ਮੰਗੀਏ। ਜਦੋਂ ਇੱਕ ਦਾਤੇ ਕੋਲੋਂ ਮੰਗਾਂਗੇ ਤੇ ਫਿਰ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋਵੇਗੀ। ਜੋ ਮਨ 'ਚ ਚਿਤਵਾਂਗੇ ਮਿਲ ਜਾਏਗਾ। ਦੋਹਾਂ ਘਰਾਂ ਦਾ ਤਾਂ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਨਾ। ਇੱਕੋ ਪਿੰਡ 'ਚ ਭੂਆ ਵੀ ਹੋਵੇ ਤੇ ਮਾਸੀ ਵੀ ਹੋਵੇ। ਮਾਸੀ ਸੋਚਦੀ ਹੈ ਭੂਆ ਦੇ ਘਰੋਂ ਖਾਇਆ ਹੋਣਾ, ਭੂਆ ਸੋਚਦੀ ਹੈ ਮਾਸੀ ਨੇ ਜਾ ਕੇ ਮਿੱਸੀਆਂ ਰੋਟੀਆਂ ਪਾ ਕੇ ਸ਼ੱਕਰ ਤੇ ਚੂਰੀ ਖਵਾ ਕੇ ਭੇਜਿਆ ਹੋਣਾ ਭਾਣਜੇ ਨੂੰ। ਜਿਹੜੇ ਦਰ-ਦਰ ਦੇ ਉੱਤੇ ਭਟਕਦੇ ਫਿਰਦੇ ਆ ਨਾ, ਉਹ ਇਸੇ ਤਰ੍ਹਾਂ ਦੀ ਬਿਰਤੀ ਦੇ ਮੁਤਾਬਕ ਭੁੱਖੇ ਹੀ ਰਹਿੰਦੇ ਆ। ਇੱਕੋ ਦਾਤੇ ਕੋਲੋਂ ਮੰਗੀਏ, ਇੱਕ ਦੀ ਪਨਾਹ 'ਚ ਪਈਏ। ਮਹਾਰਾਜ ਤੁਹਾਡੇ ਹੀ ਆ। ਤਾਂ ਪਾਤਸ਼ਾਹ ਕਹਿੰਦੇ ਮਨ ਚਿੰਦੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਚਿੰਦਿਆ ਪਾਈਆ, ਮਨ ਚਿੰਦਵੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਜੇ ਦੂਜੇ ਪਾਸੋਂ ਮੰਗੀਆ ਤਾਂ ਲਾਜ ਮਰਾਈਆ। ਆਪਣੇ ਦਾਤੇ ਨੂੰ ਛੱਡ ਕੇ ਜੇ ਦੂਜੇ ਥਾਂ ਤੋਂ ਮੰਗੀਏ ਤੇ ਸ਼ਰਮ ਨਾਲ ਮਰਨਾ ਪੈਂਦਾ, ਲਾਜ ਨਾਲ ਮਰਨਾ ਪੈਂਦਾ।
ਉਹ ਕਹਿੰਦੇ ਆ ਤੇਰੇ ਸਾਹਿਬ ਦੇ ਘਰ ਵਿੱਚ ਸਭ ਕੁਝ ਹੈ, ਤੂੰ ਫਿਰ ਬਾਹਰ ਮੰਗਦਾ ਫਿਰਦਾ, ਸ਼ਰਮ ਨਹੀਂ ਆਉਂਦੀ ਤੈਨੂੰ? ਘਰ ਹੁੰਦਿਆਂ ਬਾਹਰ ਮੰਗਦਾ ਫਿਰਦਾ, ਉਹਨੂੰ ਲੋਕ ਲਾਹਨਤਾਂ ਹੀ ਪਾਉਂਦੇ ਆ ਨਾ ਵੀ ਜੇ ਘਰ ਹੁੰਦਿਆਂ ਬਾਹਰ ਮੰਗਦਾ ਫਿਰੇ ਤੇ ਫਿਰ ਲੋਕ ਧਰਕਾਰਾਂ ਹੀ ਪਾਉਣਗੇ ਵੀ ਸਭ ਕੁਝ ਹੈ ਘਰ ਵਿੱਚ ਫਿਰ ਮੰਗਦਾ ਫਿਰਦਾ। ਮਹਾਰਾਜ ਜੀ ਕਹਿੰਦੇ ਜੇ ਇੱਕ ਦਾ ਪੱਲਾ ਛੱਡ ਕੇ ਦੂਜੇ ਪਾਸੇ ਮੰਗਣ ਜਾਏਗਾ ਵੀ ਤਾਂ ਤੈਨੂੰ ਲਾਜ ਨਾਲ ਸ਼ਰਮ ਨਾਲ ਮਰਨਾ ਪਵੇਗਾ, ਕਿਉਂਕਿ ਉੱਥੇ ਜਾ ਕੇ ਸ਼ਰਮਿੰਦਗੀ ਮਹਿਸੂਸ ਹੋਣੀ ਹੈ ਤੈਨੂੰ ਵੀ ਕਿਹਨਾਂ ਕੋਲੇ ਆ ਗਿਆ। ਇਹ ਤਾਂ ਆਪ ਮੰਗਤੇ ਨੇ, ਇਹ ਤਾਂ ਆਪ ਮੇਰੇ ਸਾਹਿਬ ਦੇ ਦਰ ਦੇ ਉੱਤੇ ਸੇਵਾ ਕਰਕੇ ਉੱਥੋਂ ਮੰਗ ਕੇ ਲਿਆਉਂਦੇ, ਮੈਂ ਇਹਨਾਂ ਕੋਲੋਂ ਕੀ ਮੰਗਣ ਆ ਗਿਆ। ਕਹਿੰਦੇ ਫਿਰ ਉੱਥੇ ਸ਼ਰਮਿੰਦਾ ਹੋਣਾ ਪੈਂਦਾ, ਸ਼ਰਮ ਨਾਲ ਮਰਨਾ ਪੈਂਦਾ ਹੈ। ਜਿਨ ਸੇਵਿਆ ਤਿਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਆ। ਜਿਸ ਦੀ ਸੇਵਾ ਕੀਤਿਆਂ ਸਾਰੇ ਫਲ ਪ੍ਰਾਪਤ ਹੁੰਦੇ ਹਨ, ਔਰ ਜਿਸ ਦੀ ਸੇਵਾ ਕਰਨ ਵਾਲੇ ਜਨਾਂ ਦੀਆਂ ਉਹ ਸਾਰੀਆਂ ਭੁੱਖਾਂ ਗਵਾ ਦਿੰਦਾ ਹੈ। ਉਹਦੇ ਅੰਦਰ ਕਿਸੇ ਪਦਾਰਥ ਦੀ ਭੁੱਖ ਨਹੀਂ ਰਹਿੰਦੀ, ਉਹਦੀਆਂ ਸਾਰੀਆਂ ਭੁੱਖਾਂ ਲੱਥ ਜਾਂਦੀਆਂ। ਅੱਜ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦਾ ਪੁਰਬ ਹੈ, ਪ੍ਰਕਾਸ਼ ਪੁਰਬ ਹੈ। ਸਰਹੱਦ ਨਗਰ ਦਾ ਰਹਿਣ ਵਾਲਾ ਇੱਕ ਗੁਰਸਿੱਖ ਲੋਕਾਂ ਦੇ ਪੈਸੇ ਜਮ੍ਹਾਂ ਕਰਦਾ ਸੀ ਤੇ ਵਹੀ 'ਚ ਲਿਖ ਲੈਂਦਾ ਸੀ, ਜਿਵੇਂ ਅੱਜ ਕੱਲ੍ਹ ਬੈਂਕ ਹੁੰਦੇ ਆ ਏਦਾਂ। ਇੱਕ ਪਠਾਨ ਨੇ 500 ਅਸ਼ਰਫੀਆਂ ਸੋਨੇ ਦੀਆਂ ਦਿੱਤੀਆਂ, ਸਿੱਖ ਨੇ ਆਪਣੀ ਦੁਕਾਨ 'ਚ ਰੱਖ ਲਿਖੀਆਂ, ਲਿਖਣੀਆਂ ਭੁੱਲ ਗਿਆ। ਸਮਾਂ ਪਾ ਕੇ ਕੋਈ 5-6 ਮਹੀਨਿਆਂ ਬਾਅਦ ਉਹ ਪਠਾਨ ਵਾਪਸ ਆਇਆ ਤੇ ਸਿੱਖ ਨੂੰ ਕਹੇ ਵੀ ਮੇਰੀਆਂ ਅਸ਼ਰਫੀਆਂ ਦਿਓ। ਸਿੱਖ ਨੇ ਆਖਿਆ ਮੈਂ ਵਹੀ ਵੇਖਦਾ। ਵਹੀ ਖੋਲ ਕੇ ਵੇਖੀ, ਉਹਦਾ ਨਾਂ ਨਹੀਂ ਲਿਖਿਆ ਹੋਇਆ। ਹੁਣ ਉਹ ਭੁੱਲ ਗਿਆ ਸੀ, ਸਿੱਖ ਕੰਮ ਵੱਧ ਸੀ ਵੀ ਇਹ ਅਸ਼ਰਫੀਆਂ ਦੇ ਗਿਆ। 6 ਮਹੀਨਿਆਂ ਬਾਅਦ ਪਰਤਿਆ, ਰੱਖ ਕੇ ਭੁੱਲ ਗਿਆ ਸੀ ਦੁਕਾਨ ਦੇ ਕਿਸੇ ਕੋਨੇ 'ਚ। ਜਿੰਨੀ ਕਿ ਨਿਗਾਹ ਪਈ ਸੀ ਸੱਜੇ ਖੱਬੇ ਵੇਖ ਲਿਆ, ਪਰ ਉਹ ਨਹੀਂ ਮਿਲੀਆਂ ਤੇ ਕਹਿਣ ਲੱਗਾ ਵੀ ਤੂੰ ਤਾਂ ਦੇ ਹੀ ਨਹੀਂ ਗਿਆ ਮੈਨੂੰ। ਉਹ ਪਠਾਨ ਕਹੇ ਵੀ ਮੈਂ ਅਸ਼ਰਫੀਆਂ ਦੇ ਕੇ ਗਿਆ ਬਕਾਇਦਾ। ਸਿੱਖ ਕਹੇ ਵੀ ਨਹੀਂ ਦਿੱਤੀਆਂ, ਕਿਉਂਕਿ ਸਿੱਖ ਭੁੱਲ ਚੁੱਕਾ ਸੀ। ਪਠਾਨ ਵੀ ਸੱਚਾ ਹੈ ਤੇ ਇੱਕ ਪ੍ਰਕਾਰ ਨਾਲ ਸਿੱਖ ਵੀ ਸੱਚਾ ਹੈ। ਸਰਹੱਦ ਦੇ ਨਵਾਬ ਕੋਲ ਦੋਵਾਂ ਦਾ ਮਸਲਾ ਪਹੁੰਚਿਆ। ਨਵਾਬ ਨੇ ਆਖਿਆ ਫੈਸਲਾ ਕਰ ਦਿੰਦੇ ਆ, ਤੇਲ ਦਾ ਕੜਾਇਆ ਤਪਾਓ, ਹੱਥ ਪਾਓ ਦੋਵੇਂ ਵਿੱਚ, ਜਿਹਦਾ ਹੱਥ ਸੜ ਗਿਆ ਉਹ ਝੂਠਾ, ਜਿਹਦਾ ਨਾ ਸੜਿਆ ਉਹ ਸੱਚਾ। ਇਹ ਇਨਸਾਫ ਕਰਨ ਦਾ ਤਰੀਕਾ ਸੀ ਉਹਨਾਂ ਵੇਲਿਆਂ 'ਚ। ਇਹਦੇ ਮੁਤਾਬਕ ਵੇਖਿਆ ਜਾਂਦਾ ਸੀ ਵੀ ਜਿਹੜਾ ਸੱਚਾ ਬੰਦਾ ਹੋਵੇਗਾ ਹੱਥ ਪਾਉਣ ਤੋਂ ਹਿਚਕਚਾਹਟ ਨਹੀਂ ਕਰੇਗਾ, ਝੂਠਾ ਪਹਿਲਾਂ ਹੀ ਡਰ ਜਾਏਗਾ। ਤੇਲ ਦਾ ਕੜਾਇਆ ਤਪਾਇਆ, ਸਿੱਖ ਨੇ ਵੀ ਗੁਰੂ ਅਰਜਨ ਸਾਹਿਬ ਦਾ ਧਿਆਨ ਧਾਰਿਆ, ਹੱਥ ਪਾ ਦਿੱਤਾ। ਉਹ ਪਠਾਨ ਨੇ ਵੀ ਕਈ ਪੀਰ ਮਨਾਏ, ਫਲਾਣੇ ਪੀਰ ਤੇ ਮੈਂ ਰੋਟ ਚੜਾਵਾਂਗਾ, ਫਲਾਣੇ ਤੇ ਚਾਦਰਾ ਚੜਾਵਾਂਗਾ, ਫਲਾਣੇ ਤੇ ਸ਼ੀਰਨੀ ਚੜਾਵਾਂਗਾ। ਹੱਥ ਉਹਨੇ ਵੀ ਪਾਇਆ, ਉਹਦਾ ਹੱਥ ਸੜ ਗਿਆ ਤੇ ਸਿੱਖ ਦੇ ਹੱਥ ਨੂੰ ਸੇਕ ਵੀ ਨਹੀਂ ਲੱਗਾ। ਫੈਸਲਾ ਹੋ ਗਿਆ ਵੀ ਇਹ ਪਠਾਨ ਝੂਠਾ ਹੈ, ਸਿੱਖ ਸੱਚਾ। ਸਿੱਖ ਦੁਕਾਨ ਤੇ ਆ ਕੇ ਸੋਚਣ ਲੱਗਾ ਵੀ ਜੇ ਉਹ ਪਠਾਨ ਝੂਠਾ ਹੁੰਦਾ ਤੇ ਕਦੇ ਉਸ ਤੇਲ ਦੇ ਕੜਾਏ ਵਿੱਚ ਹੱਥ ਨਾ ਪਾਉਂਦਾ। ਉਹਨੇ ਵੀ ਜੇ ਤੇਲ ਦੇ ਕੜਾਏ 'ਚ ਹੱਥ ਪਾਇਆ ਤਾਂ ਕੋਈ ਨਾ ਕੋਈ ਗੱਲ ਤਾਂ ਹੈ, ਜਾਪਦਾ ਉਹ ਵੀ ਸੱਚਾ ਹੀ ਹੋਵੇਗਾ। ਉਹਨੇ ਪੂਰੀ ਤੌਰ ਤੇ ਸਾਰੀ ਦੁਕਾਨ ਦਾ ਖੁੰਝਾ ਖੁੰਝਾ ਲੱਭਿਆ, ਭਾਲਿਆ, ਵੇਖਿਆ ਤੇ ਇੱਕ ਵਾਂਲੀ ਦੇ ਵਿੱਚ ਡੱਬੇ ਵਿੱਚ ਉਹ ਅਸ਼ਰਫੀਆਂ ਪਈਆਂ ਨਿਕਲ ਆਈਆਂ। ਆਖਿਆ ਇਹ ਤਾਂ ਵਾਕਈ ਪਠਾਨ ਦੇ ਗਿਆ ਸੀ, ਮੈਨੂੰ ਭੁੱਲ ਗਈਆਂ ਸੀ, ਲਿਖੀਆਂ ਨਹੀਂ ਸਨ। ਉਹ ਆ ਜਾ ਕੇ
ਉਹਦੀ ਥੈਲੀ ਅਸ਼ਰਫੀਆਂ ਦੀ ਪਠਾਨ ਦੇ ਘਰ ਉਹਨੂੰ ਦਿੱਤੀ। ਆਖਿਆ ਮਹਾਰਾਜ ਮਾਫੀ ਚਾਹੁੰਦਾ ਵੀ ਲਿਖਣਾ ਭੁੱਲ ਗਿਆ ਸੀ ਵੀ ਆਪਣੀ ਅਮਾਨਤ ਤੂੰ ਰੱਖ ਲੈ। ਪਠਾਨ ਕਹਿੰਦਾ ਅਸ਼ਰਫੀਆਂ ਤਾਂ ਪਾਸੇ ਰੱਖ, ਪਹਿਲਾਂ ਮੈਨੂੰ ਇਹ ਦੱਸ ਵੀ ਤੇਰਾ ਹੱਥ ਕਿਉਂ ਨਹੀਂ ਸੜਿਆ। ਵੀ ਮੈਂ ਸੱਚਾ, ਮੈਂ ਸਵੇਰ ਦਾ ਚਿੰਤਾ ਨਾਲ ਬੈਠਾ, ਮੈਨੂੰ ਨੀਂਦ ਨਹੀਂ ਆਉਂਦੀ, ਰੋਟੀ ਖਾਣ ਨੂੰ ਦਿਲ ਨਹੀਂ ਪਿਆ ਕਰਦਾ, ਵੀ ਮੇਰੇ ਸੱਚੇ ਦਾ ਹੱਥ ਸੜ ਗਿਆ, ਤੂੰ ਝੂਠਾ, ਤੇਰਾ ਹੱਥ ਨਹੀਂ ਸੜਿਆ। ਸਿੱਖ ਕਹਿਣ ਲੱਗਾ ਮੈਂ ਵੀ ਝੂਠਾ ਨਹੀਂ ਸਾਂ, ਭੁੱਲੇ ਹੋਏ ਨੂੰ ਨਹੀਂ ਨਾ ਝੂਠਾ ਕਹਿ ਸਕਦੇ। ਮੈਂ ਆਪਣਾ ਗੁਰੂ ਮਨਾਇਆ, ਮੇਰਾ ਗੁਰੂ ਪੂਰਾ ਸੀ, ਉਹਨੇ ਰੱਖ ਲਿਆ, ਬਚਾ ਲਿਆ। ਕਹਿੰਦਾ ਮਨਾਏ ਤਾਂ ਮੈਂ ਵੀ ਸੀ ਆਪਣੇ ਪੀਰ, ਮੈਨੂੰ ਕਿਉਂ ਨਹੀਂ ਉਹਨਾਂ ਨੇ ਬਚਾਇਆ। ਤੇਰਾ ਗੁਰੂ ਇਤਨਾ ਪੂਰਨ ਹੈ ਵੀ ਉਹਨੇ ਤੈਨੂੰ ਗੁਨਾਹਗਾਰ ਹੋਣ ਦੇ ਬਾਵਜੂਦ ਵੀ ਰੱਖ ਲਿਆ। ਚੱਲ ਮੈਨੂੰ ਉਹਨਾਂ ਕੋਲ ਲੈ ਚੱਲ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਲੈ ਕੇ ਪਹੁੰਚਿਆ। ਪਠਾਨ ਨੇ ਨਮਸਕਾਰ ਕੀਤੀ, ਸਤਿਗੁਰਾਂ ਨੂੰ ਪੁੱਛਿਆ ਮਹਾਰਾਜ ਇਹ ਨਾਲੇ ਝੂਠਾ ਸੀ, ਤੁਸੀਂ ਫਿਰ ਵੀ ਇਹਨੂੰ ਰੱਖ ਲਿਆ, ਮੈਂ ਸੱਚਾ, ਮੇਰੇ ਪੀਰਾਂ ਮੈਂ ਇਹਨੂੰ ਰੱਖਿਆ ਨਹੀਂ। ਮਹਾਰਾਜ ਜੀ ਕਹਿੰਦੇ ਸਾਡਾ ਸਿੱਖ ਵੀ ਸੱਚਾ ਸੀ, ਅਸੀਂ ਤਾਂ ਰੱਖਿਆ ਕਿਉਂਕਿ ਇਹ ਭੁੱਲ ਗਿਆ ਸੀ, ਤੇ ਭੁੱਲੇ ਹੋਏ ਨੂੰ ਕਿਵੇਂ ਝੂਠਾ ਕਹਿੰਦੇ। ਪਰ ਉਹਨੇ ਇਮਾਨਦਾਰੀ ਵੀ ਵਿਖਾਈ ਹੈ, ਬਾਅਦ ਵਿੱਚ ਭਾਲ ਕੀਤੀ ਤੇ ਤੇਰੀ ਅਮਾਨਤ ਤੈਨੂੰ ਦਿੱਤੀ ਹੈ। ਕਹਿੰਦਾ ਫਿਰ ਮੈਂ ਸੱਚਾ ਸੀ, ਮੇਰੀ ਪੈਜ ਕਿਉਂ ਨਹੀਂ ਰੱਖੀ ਮੇਰੇ ਪੀਰਾਂ ਨੇ। ਮਹਾਰਾਜ ਜੀ ਕਹਿੰਦੇ ਤੂੰ ਕਈ ਘਰਾਂ ਦਾ ਪ੍ਰਾਹੁਣਾ ਸੀ, ਕਈ ਪੀਰਾਂ ਨੂੰ ਮਨਾਇਆ, ਉਹ ਸਾਰੇ ਸੋਚਦੇ ਰਹੇ ਵੀ ਫਲਾਣਾ ਚਲਾ ਜਾਏਗਾ, ਉਹਨੇ ਦੂਜੇ ਨੇ ਆਖਿਆ ਉਹ ਚਲਾ ਜਾਏਗਾ, ਉਹਨੂੰ ਯਾਦ ਕਰਦਾ, ਕੋਈ ਵੀ ਨਹੀਂ ਬੌੜਿਆ। ਜੇ ਇੱਕ ਦੀ ਆਸ ਰੱਖੀ ਹੁੰਦੀ ਤੇ ਸ਼ਾਇਦ ਤੂੰ ਵੀ ਬਚ ਜਾਂਦਾ। ਇੱਕ ਤੇ ਟੇਕ ਰੱਖਣੀ ਤੇ ਇੱਕ ਤੇ ਭਰੋਸਾ ਰੱਖਣਾ ਸਤਿਗੁਰੂ ਜੀ ਸਾਨੂੰ ਸਿਖਾਉਂਦੇ ਆ। ਇਸ ਕਰਕੇ ਸਾਹਿਬ ਉੱਤੇ ਕਹਿ ਆਏ ਨੇ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ। ਜਦੋਂ ਕੋਈ ਇੱਕ ਨੂੰ ਧਿਆਉਂਦਾ, ਇੱਕ ਦੀ ਪਨਾਹ ਚ ਪੈਂਦਾ, ਤਿਸ ਜਨ ਕੀ ਸਭ ਭੁੱਖ ਗਵਾਈ ਹੈ। ਉਸ ਜਨ ਦੀਆਂ ਸਾਰੀਆਂ ਭੁੱਖਾਂ ਮਹਾਰਾਜ ਜੀ ਗਵਾ ਦਿੰਦੇ ਨੇ, ਦੂਰ ਕਰ ਦਿੰਦੇ ਨੇ। ਨਾਨਕ ਤਿਨ ਵਿਟਹੁ ਵਾਰਿਆ, ਜਿਨੇ ਅਨਦਿਨ ਹਿਰਦਾ ਹਰ ਨਾਮ ਧਿਆਈਆ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਫਰਮਾਉਂਦੇ ਹਨ, ਮੈਂ ਤਿਨਾਂ ਵਿਟੋਂ ਆਪਣਾ ਆਪ ਕੁਰਬਾਨ ਕਰ ਦਿਆਂ, ਮੈਂ ਤਿਨਾਂ ਤੋਂ ਆਪਣਾ ਆਪ ਵਾਰ ਦੇਵਾਂ। ਆਖਿਆ ਮਹਾਰਾਜ ਕਿਹਨਾਂ ਤੋਂ? ਕਹਿੰਦੇ ਜਿਹੜੇ ਰਾਤ ਦਿਨ ਅੱਠੇ ਪਹਿਰ ਉਸ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਨੇ, ਮੈਂ ਉਹਨਾਂ ਤੋਂ ਸਦਾ ਹੀ ਵਾਰੇ ਜਾਂਦਾ, ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ। ਜਿਹੜੇ ਰਾਤ ਦਿਨ ਅੱਠੇ ਪਹਿਰ ਉਸ ਹਰੀ ਦੇ ਨਾਮ ਨੂੰ ਧਿਆਉਂਦੇ ਹਨ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਜਿਹੜੇ ਰਾਤ ਦੇ ਨੱਠੇ ਪੈਰ ਹਰੀ ਨਾਮ ਨੂੰ ਧਿਆਉਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਉਹਨਾਂ ਤੋਂ ਵਾਰਨੇ ਜਾਂਦਾ ਹਾਂ।